ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਮਨ ਵਧੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਧਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ ਦੂਤ ਸਭ ਵਿਸਾਰਿਆ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੁਭਾਵੇ। ਸਦਾ ਸਿਕਸਾ ਲਾਹਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਾਜ ਕਰਤਾ। ਪੰਜ ਦੋਤ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਧਰਨ ਪਾਇਆ ਤਿਲ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈਸ ਕੋ ਆਦਤ ਕਰ ਅਨਹਦ ਵਾਜੇ। ਹਣ ਸੁਣੋੜ ਪਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਿਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪਲੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸੁਣਤੇ ਪਲੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਪਹਿ ਅਰਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ। ਤੁਮਰੀ ਕਿਰਪਾ ਮਹਿ ਕੋਇ ਨ ਜਾਣੈ। ਤੁਮਰਾ ਅੰਤ ਉਚੇ ਤੇ ਉੱਚਾ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ
ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਠ ਕੀਤਾ। ਇਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਇਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਸੱਚੇ ਪਿਤਾ ਵਾਹਿਗੁਰੂ ਜੀਓ। ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀ। ਗੁਰਬਾਣੀ ਦੇ ਪਾਵਨ ਪਵਿੱਤਰ ਮਹਾਵਾਕ ਹਨ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਸੱਚੇ ਪਾਤਸ਼ਾਹ ਜੀਓ ਜੂਨ 1984 ਵਿੱਚ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਦੇ ਹੁਕਮਰਾਨਾਂ ਦਾ ਹੁਕਮ ਮੰਨ ਕੇ ਭਾਰਤੀ ਫੌਜ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹਮਲਾ ਕਰਕੇ ਸਿੱਖਾਂ ਦੇ ਸਰਵ ਉੱਚ ਤਖਤ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ। ਦਰਸ਼ਨ ਦਿਦਾਰੇ ਕਰਨ ਆਈਆਂ ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ। ਘੱਲੂ ਘਾਰੇ ਦੌਰਾਨ ਜਿੱਥੇ ਬੇਅੰਤ ਗੁਰਧਾਮਾਂ ਦੀ ਬੇਅਦਬੀ ਕੀਤੀ, ਉਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਪਣੇ ਸਿੰਘਾਸਨਾਂ ਤੇ ਸੁਭਾਏਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਵਰੂਪਾਂ ਉਹਨਾਂ ਨੂੰ ਗੋਲੀ ਲੱਗਣ ਕਾਰਨ ਸਤਿਗੁਰਾਂ ਦੇ ਪਾਵਨ ਪਵਿੱਤਰ ਸਵਰੂਪ ਜ਼ਖਮੀ ਹੋਏ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਪਾਵਨ ਸਵਰੂਪਾਂ ਦੇ ਦਰਸ਼ਨ ਸੁਖਾਸਨਾਂ ਦੇ ਰੂਪ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਕਰਵਾਏ ਜਾ ਰਹੇ ਹਨ। ਸੱਚੇ ਪਾਤਸ਼ਾਹ ਜੀਓ
ਇਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ। ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਗਾਇਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਗੁਰਬਾਣੀ ਦਾ ਮਹਾਤਮ ਦਰ ਤੇ ਆਈ ਸਰਬੱਤ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਦੀ ਜਾਗਰਤਾ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਜੋ ਮਹਾਨ ਸੇਵਾਵਾਂ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਖਸ਼ਿਸ਼ ਕੀਤੀਆਂ ਹਨ, ਆਪ ਜੀ ਨੇ ਕਿਰਪਾ ਰਹਿਮਤ ਤਰਸ ਕਰਕੇ ਆਪ ਕਰਵਾ ਲੈਣੀਆਂ। ਅੰਗ ਸੰਗ ਸਹਾਈ ਹੋਣਾ, ਸਮੁੱਚੇ ਖਾਲਸਾ ਪੰਥ ਵਿੱਚ ਪੂਰਨ ਏਕਤਾ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਹਰ ਪ੍ਰਕਾਰ ਸਹਾਇਤਾ ਕਰਨੀ। ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ। ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੁਝ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੈਗੇ, ਬਚੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਸੈੱਟ ਕਰੋ। ਸਰਬੱਤ ਸੰਗਤਾਂ ਬੈਠਣ ਦੀ ਖੇਚਲ ਕਾਰਨ ਬੜੀ ਇਕਾਗਰਤਾ ਵਿੱਚ, ਬੜੇ ਪਿਆਰ ਤੇ ਸਤਿਕਾਰ ਵਿੱਚ ਸ਼ਹੀਦਾਂ ਦੇ ਪਾਵਨ ਅਸਥਾਨ ਤੇ ਆਪ ਸਰਬੱਤ ਸੰਗਤਾਂ ਬੈਠੋ, ਤਾਂ ਕਿ ਅੱਜ ਦੇ ਇਸ ਦਿਹਾੜੇ ਨਾਲ ਸੰਬੰਧਿਤ ਕੁਝ ਬਚਨ ਵਿਲਾਸ ਕਰਨੇ ਨੇ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਜਿੱਥੇ ਸਿੱਖ ਸੰਗਤਾਂ ਦੀ ਇਸ ਹਾਜ਼ਰੀ ਨੇ ਕਰਨੇ ਹਨ, ਉਥੇ ਸਮੁੱਚੇ ਖਾਲਸਾ ਪੰਥ ਨੇ, ਦੁਨੀਆ ਭਰ ਵਿੱਚ ਰਹਿੰਦੇ ਹੋਏ ਖਾਲਸਾ ਪੰਥ ਨੇ ਜੋ ਲਾਈਵ ਟੈਲੀਕਾਸਟ ਹੋ ਰਿਹਾ ਹੈ, ਦਰਸ਼ਨ ਹੋਣੇ ਨੇ। 1984 ਦਾ ਉਹ ਸਾਕਾ ਜੋ ਖਾਲਸਾ ਪੰਥ ਦੇ ਦਿਲ ਅਤੇ ਦਿਮਾਗ ਵਿੱਚ ਬਹੁਤ ਵੱਡੀ ਪੀੜਾ ਛੱਡ ਗਿਆ। ਇੱਕ ਦਿਲੀ ਪੀੜਾ ਹੁੰਦੀ ਹੈ, ਕੋਈ ਸਮੇਂ ਬੀਤਦੇ ਹਨ ਉਹ ਪੀੜਾ ਖਤਮ ਹੋ ਜਾਂਦੀ ਹੈ, ਪਰ ਜੋ ਦਿਲ ਔਰ ਦਿਮਾਗ ਵਿੱਚ ਪੀੜਾ ਆਪਣਾ ਅਸਥਾਨ ਕਾਇਮ ਕਰ ਜਾਏ, ਉਹ ਸਦੀਆਂ ਬੀਤਣ ਤੱਕ ਵੀ ਉਹ ਪੀੜਾ ਕਦੀ ਵਾਸਤੇ ਵੀ ਖਤਮ ਨਹੀਂ ਹੋ ਸਕਦੀ। ਕਾਂਗਰਸ ਦੀ ਜ਼ਾਲਮ ਉਹ ਸਰਕਾਰ ਜਿਸ ਦੀ ਅਗਵਾਈ 1984 ਵਿੱਚ ਇੰਦਰਾ ਗਾਂਧੀ ਕਰ ਰਹੀ ਸੀ, ਉਸ ਦੇ ਹੁਕਮ ਦੇ ਅਨੁਸਾਰ ਹਿੰਦੁਸਤਾਨ ਦੀਆਂ ਜ਼ਾਲਮ ਫੌਜਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਅਤੇ ਪਾਵਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਕੋਈ ਸਧਾਰਨ ਰੂਪ ਵਿੱਚ ਨਹੀਂ। ਜਲ ਸੈਨਾ ਦੀ ਵਰਤੋਂ ਕੀਤੀ ਗਈ, ਥਲ ਸੈਨਾ ਹਵਾਈ ਸੈਨਾ ਵੀ ਇੱਥੇ ਟੈਂਕਾਂ ਅਤੇ ਤੋਪਾਂ ਦੀ ਵਰਤੋਂ ਕੀਤੀ ਗਈ। ਇਹ ਸਾਡੇ ਖਾਲਸਾ ਪੰਥ ਦੀ ਆਨ ਤੇ ਸ਼ਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਉਹ ਪਾਵਨ ਅਸਥਾਨ ਜਿੱਥੇ ਦੁਨੀਆ ਭਰ ਵਿੱਚ ਸਿੱਖ ਜਗਤ ਆਪਣੀ ਆਨ ਤੇ ਸ਼ਾਨ ਸਮਝਦਾ ਹੈ, ਉਥੇ ਚਾਹੇ ਮੁਸਲਮ, ਹਿੰਦੂ ਜਾਂ ਈਸਾਈਅਤ ਨਾਲ ਸੰਬੰਧਿਤ ਵੀ ਲੋਕ ਹਨ, ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਨੇ। 6 ਜੂਨ ਦਾ ਦਿਨ ਹੈ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਇਹ ਜਿਨ੍ਹਾਂ ਪਾਵਨ ਸਰੂਪਾਂ ਦੇ ਆਪਾਂ ਹੁਣ ਦਰਸ਼ਨ ਕਰਨੇ ਨੇ, ਉਸ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਖੰਡ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਸਨ। ਦੱਖਣ ਦੀ ਬਾਹੀ ਤੋਂ ਜਿਸ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੀਬੀਆਂ ਦੀ ਸੰਗਤ ਬੈਠਦੀ ਹੈ, ਉਸ ਪਾਸੇ ਤੋਂ ਮਸ਼ੀਨ ਗਨ ਦੀ ਗੋਲੀ ਆਈ, ਦਰਵਾਜ਼ਾ ਪਾੜ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸੀਨੇ ਨੂੰ ਛਲਣੀ ਕਰਦੀ ਹੋਈ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਜਾ ਕੇ ਰੁਕ ਗਈ। ਥੋੜਾ ਦੱਸ ਦਿਆਂ, ਯਾਦ ਕਰਾ ਦਿਆਂ, ਪਾਵਨ ਸਰੂਪ ਵਿੱਚ ਜਿੱਥੋਂ ਤਤਕਰਾ ਸਾਹਿਬ ਪ੍ਰਾਰੰਭ ਹੁੰਦੇ ਨੇ, ਉਸ ਤੋਂ ਅੱਗੇ ਸ੍ਰੀ ਜਪਜੀ ਸਾਹਿਬ 90 ਅੰਗ ਤੱਕ, ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ 16ਵੀਂ ਅਸ਼ਟਪਦੀ ਹੈ ਅਤੇ 6ਵੀਂ ਪੌੜੀ, ਉਸ 6ਵੀਂ ਪੌੜੀ ਤੱਕ ਚਰਨ ਸਾਧ ਕੇ ਧੋਏ ਧੋਏ ਪੀਓ, ਇਸ ਪੰਕਤੀ ਤੱਕ ਇਸ ਗੋਲੀ ਦਾ ਅਸਰ ਗਿਆ। ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਜੋ ਅੱਖਰ ਹਨ, ਅੰਮ੍ਰਿਤਮਈ ਬਾਣੀ ਹੈ, ਇਹ ਜੋ ਅੱਖਰ ਹਨ ਉਹਨਾਂ ਨੂੰ ਪਾੜ ਕੇ ਖਲਾਰ ਕੇ ਇਹ ਗੋਲੀ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਚਲੇ ਗਈ। ਬਹੁਤ ਲੰਬੇ ਸਮੇਂ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਚੱਲ ਰਹੀ ਹੈ ਔਰ ਹੁਣ ਫੈਸਲਾ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ, ਜਿਨ੍ਹਾਂ ਦੀ ਅਗਵਾਈ ਵਿੱਚ ਐਗਜ਼ੈਕਟਿਵ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਇੱਕ ਇਤਿਹਾਸਕ ਫੈਸਲਾ ਲਿਆ ਹੈ ਕਿ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਲਾਗੇ, ਜਿੱਥੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਪਾਵਨ ਅਸਥਾਨ ਹੈ, ਇਸ ਪਾਵਨ ਅਸਥਾਨ ਤੇ 3 ਦਿਨਾਂ ਤੱਕ ਸਿੱਖ ਪੰਥ ਨੂੰ ਦਰਸ਼ਨ ਦੀਦਾਰ ਕਰਵਾਏ ਜਾਣ। ਫੈਸਲਾ ਬਹੁਤ ਵੱਡਾ ਹੋਇਆ ਹੈ ਕਿ ਦੁਨੀਆ ਭਰ ਵਿੱਚ ਰਹਿੰਦੇ ਹਰੇਕ ਪ੍ਰਾਣੀ ਮਾਤਰ ਨੂੰ, ਹਰੇਕ ਗੁਰਸਿੱਖ ਨੂੰ ਲਾਈਵ ਟੈਲੀਕਾਸਟ ਰਾਹੀਂ ਦਰਸ਼ਨ ਵੀ ਕਰਵਾਏ ਜਾਣ, ਕਿਉਂਕਿ ਜਦੋਂ ਜੂਨ ਦਾ ਮਹੀਨਾ ਸ਼ੁਰੂਆਤ ਹੁੰਦੀ ਹੈ, ਸਿੱਖ ਪੰਥ ਵਿੱਚ ਬੈਰਾਗ ਦੀ ਬਹੁਤ ਵੱਡੀ ਤੀਬਰਤਾ, ਇੱਕ ਵੇਗ ਚੱਲਦਾ ਹੈ। ਉਸ ਵੇਗ ਵਿੱਚ ਹਰੇਕ ਦੀ ਮਨੋ ਇੱਛਾ ਇਹੀ ਹੈ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਮਾਰਿਆ ਗਿਆ, ਲਤਾੜਿਆ ਗਿਆ ਅਤੇ ਇਸ ਪਾਵਨ ਅਸਥਾਨ ਤੇ ਖਾਲਸਾ ਪੰਥ ਦੇ ਉਸ ਮਹਾਨ ਜਰਨੈਲ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਨਾਂ ਜੁਝਾਰੂ ਸਿੰਘਾਂ ਨੂੰ ਯੋਗ ਅਗਵਾਈ ਦੇ ਕੇ ਹਿੰਦੁਸਤਾਨ ਦੀ ਸਰਕਾਰ ਨੂੰ ਦੱਸ ਦਿੱਤਾ ਕਿ ਇਹ ਚੜ ਕੇ ਆਉਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੰਨਾ ਆਸਾਨ ਨਹੀਂ ਜਿਸ ਤਰ੍ਹਾਂ ਤੁਸੀਂ ਚੱਲ ਕੇ ਆ ਗਏ ਹੋ। ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ। ਬੀਬੀ ਜਗੀਰ ਕੌਰ ਜੀ ਆਏ ਪਹਿਲਾਂ ਦਰਸ਼ਨ ਕਰਨ ਵਾਸਤੇ ਇੱਕ ਦਿਨ, ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਆ ਕੇ ਇਹਨਾਂ ਨੂੰ ਬੀਤੇ ਸਮੇਂ ਦੀਆਂ ਕੁਝ ਯਾਦਾਂ ਨੇ ਘੇਰਿਆ। ਉਹ ਯਾਦ ਸੀ
ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੂੰ ਜਦੋਂ ਆ ਕੇ ਇੱਥੇ ਮਿਲੇ ਸਨ, ਕੁਝ ਬਚਨ ਵਿਲਾਸ ਇਹਨਾਂ ਨੇ ਕੀਤੇ ਸਨ। ਉਸ ਸਮੇਂ ਦੇ ਮਹਾਂਪੁਰਸ਼ਾਂ ਨੇ ਕਿਹਾ ਸੀ, ਬੀਬੀ ਜੀ ਤੁਸੀਂ ਕੋਈ ਗੱਲ ਨਾ ਕਰੋ, ਸਦਾ ਚੜ੍ਹਦੀ ਕਲਾ ਰਹੇਗੀ। ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ ਸੱਚੇ ਪਾਤਸ਼ਾਹ। ਔਰ ਪਿਆਰ ਸਤਿਕਾਰ ਇਹਨਾਂ ਸੀ ਬੀਬੀ ਜੀ ਹੋਣਾ ਦਾ ਮਹਾਂਪੁਰਖਾਂ ਦੇ ਨਾਲ ਕਿ ਸਮੇਂ-ਸਮੇਂ ਅਨੁਸਾਰ ਬਚਨ ਵਿਲਾਸ ਚੱਲਦੇ ਰਹੇ। ਜਿਸ ਦਿਨ ਆਏ ਇਹਨਾਂ ਦੇ ਦਿਲ ਦਿਮਾਗ ਵਿੱਚ ਸਾਰੀ ਤਸਵੀਰ ਘੁੰਮ ਗਈ, ਉਹ ਯਾਦਾਂ ਤਾਜ਼ਾ ਹੋਈਆਂ। ਔਰ ਹੁਣ ਫੈਸਲਾ ਹੋਇਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਬਿਰਾਜਮਾਨਤਾ ਦੇ ਰੂਪ ਵਿੱਚ ਕਰਵਾਏ ਜਾਣਗੇ। ਜੋ ਪਾੜ ਪਿਆ ਹੈ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ, ਉਹਦੇ ਦਰਸ਼ਨ ਅਤੇ ਜੋ ਗੋਲੀ ਦਾ ਸਿੱਕਾ ਵਿੱਚੋਂ ਕੱਢਿਆ ਗਿਆ ਉਹ ਵੀ ਦਿਖਾਈ ਜਾਏਗੀ। ਇਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵੀ ਗੁਰੂ ਸਾਹਿਬ ਜੀ ਦੀ ਪਾਵਨ ਕਾਵਿਆ ਵਿੱਚ ਹਨ। ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਨੇ ਵਚਨ ਵਿਲਾਸ ਸੰਗਤ ਨਾਲ ਕਰਨੇ ਨੇ। ਪਹਿਲਾਂ ਸਿੰਘ ਸਾਹਿਬ ਜੀ ਵਚਨ ਕਰਨਗੇ, ਫਿਰ ਬੀਬੀ ਜੀ ਕਰਨਗੇ। ਇਸ ਤੋਂ ਬਾਅਦ ਸਰਬੱਤ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਬਿਰਾਜਮਾਨਤਾ ਦੇ ਰੂਪ ਵਿੱਚ ਦਰਸ਼ਨ ਦੀਦਾਰ ਕਰਾਉਣੇ ਪ੍ਰਾਰੰਭਤਾ ਹੋਵੇਗੀ। ਆਪ ਜੀ ਨੇ ਬੜੀ ਇਕਾਗਰਤਾ ਵਿੱਚ ਬੈਠੇ ਰਹਿਣਾ। ਮੈਨੇਜਰ ਸਰਦਾਰ ਗੁਰਿੰਦਰ ਸਿੰਘ ਜੀ ਹੋਣਾ ਨੂੰ ਵੀ ਇਹ ਕਿੱਥੇ ਖੜੇ ਹਨ, ਤਾਂ ਤੁਸੀਂ ਥੋੜਾ ਧਿਆਨ ਰੱਖਣਾ ਕਿ ਪ੍ਰੈਸ ਵਾਲਿਆਂ ਨੂੰ ਵਾਰੀ-ਵਾਰੀ ਜਿਸ ਤਰ੍ਹਾਂ ਫੈਸਲਾ ਪਹਿਲਾਂ ਆਪ ਜੀ ਨੇ ਕੀਤਾ, ਦੋ ਜਾਣਿਆਂ ਨੂੰ। ਔਰ ਮੈਂ ਬੇਨਤੀ ਕਰਾਂਗਾ ਸਮੁੱਚੀ ਪ੍ਰੈਸ ਨੂੰ ਵੀ, ਜਿੰਨੀ ਸਾਡੀ ਮਾਨਸਿਕਤਾ ਵਿੱਚ ਪੀੜਾ ਉਨੀ ਤੁਹਾਡੇ ਵੀ ਹੈ। ਇਹ ਅੱਜ ਦਾ ਕੋਈ ਜੋੜ ਮੇਲਾ ਨਹੀਂ, ਕੋਈ ਰੰਗ ਤਮਾਸ਼ਾ ਨਹੀਂ। ਤੁਸੀਂ ਵੀ ਪ੍ਰਬੰਧਕਾਂ ਦੇ ਕਹਿਣੇ ਵਿੱਚ ਮੈਨੇਜਰ ਸਾਹਿਬ ਤੁਹਾਨੂੰ ਵਾਰੀ-ਵਾਰੀ ਲੈ ਕੇ ਆਉਣਗੇ ਦੋ ਜਾਣਿਆਂ ਨੂੰ, ਤਾਂ ਤੁਸੀਂ ਤਸਵੀਰਾਂ ਲਿਓ। ਬੜੇ ਪਿਆਰ ਸਤਿਕਾਰ ਨਾਲ ਖੁੱਲਾ ਸਮਾਂ ਤੁਹਾਨੂੰ ਦਿਆਂਗੇ, ਪਰ ਇੱਕੋ ਵਾਰ ਕਾਹਲ ਨਾ ਕਰਿਓ, ਇੱਕ ਰੌਲਾ ਨਹੀਂ ਪਾਉਣਾ। ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ। ਇਹ ਦਸਾਂ ਹੀ ਪਾਤਸ਼ਾਹੀਆਂ ਦੇ ਪਾਵਨ ਸਰੂਪ ਉਹ ਹਨ ਜਿਨ੍ਹਾਂ ਦੇ ਕਲਗੀਧਰ ਪਾਤਸ਼ਾਹ ਜੀ ਨੇ ਆਪਾਂ ਨੂੰ ਲੜ ਲਾ ਕੇ ਬਚਨ ਕੀਤਾ ਸੀ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਅਤੇ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਤਾਖ ਦੇਹੀ ਜਾਣ ਕੇ ਬੜੇ ਅਦਬ ਸਤਕਾਰ ਵਿੱਚ ਆਪ ਜੀ ਨੇ ਦਰਸ਼ਨ ਕਰਨੇ ਨੇ। ਹੁਣ ਸਿੰਘ ਸਾਹਿਬ ਜੀ ਆਪ ਜੀ ਨਾਲ ਬਚਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਪਿਆਰ ਸਹਿਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਕਾਂਗਰਸ ਦੀ ਸਰਕਾਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਮੇਤ 37 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਗਿਆ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅਤੇ ਬਾਹਰ ਬੇਅੰਤ ਗੋਲੀਆਂ ਲੱਗੀਆਂ। ਜਿਵੇਂ ਗਿਆਨੀ ਗੁਰਮੁਖ ਸਿੰਘ ਜੀ ਨੇ ਦਰਸਾਇਆ ਹੈ ਕਿ ਇਹ ਪਾਵਨ ਸਰੂਪ ਜਿਸ ਤੇ ਅੱਜ ਆਪ ਜੀ ਦਰਸ਼ਨ ਕਰਨ ਵਾਸਤੇ ਪਹੁੰਚੇ ਹੋ, ਔਰ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ ਜਾਣੇ ਨੇ। ਇਹ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ
ਪ੍ਰਕਾਸ਼ਮਾਨ ਸਨ ਔਰ ਦੱਖਣੀ ਦਰਵਾਜ਼ੇ ਤੋਂ ਗੋਲੀ ਲੰਘ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਜਿਲਦ ਵਿੱਚੋਂ ਲੰਘਦੀ ਹੋਈ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਤੱਕ ਪਹੁੰਚੀ, ਜਿਹਦੇ ਬਾਰੇ ਆਪਾਂ ਹੁਣੇ ਸਰਵਣ ਕੀਤਾ ਹੈ। ਔਰ ਸੰਗਤ ਜੀ, ਇਹ ਗੋਲੀ 4 ਤਰੀਕ ਨੂੰ ਲੱਗੀ ਹੈ, ਕਿਉਂਕਿ 4 ਤਰੀਕ ਨੂੰ ਅੰਦਰ ਟੈਂਕ ਆ ਗਏ ਸਨ, ਗੋਲਾਬਾਰੀ ਸ਼ੁਰੂ ਹੋ ਗਈ ਸੀ ਅੰਮ੍ਰਿਤ ਵੇਲੇ ਤੋਂ। ਸਾਰਾ ਦਿਨ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਰਿਹਾ। ਉਸ ਦਿਨ ਇਹ ਗੋਲੀ ਲੱਗੀ ਔਰ ਸ਼ਾਮ ਨੂੰ ਇਸ ਪਾਵਨ ਸਰੂਪ ਦਾ ਸੁਖਾਸਨ ਕਰਕੇ ਇਹ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਨਹੀਂ ਪਹੁੰਚ ਸਕਿਆ। ਗੋਲੀਬਾਰੀ ਬਹੁਤ ਜ਼ਿਆਦਾ ਸੀ। ਇਸ ਪਾਵਨ ਸਰੂਪ ਦਾ ਸੁਖਾਸਨ ਹਰ ਕੀ ਪੌੜੀ ਵਿਖੇ ਕੀਤਾ ਗਿਆ। ਸਾਡੇ ਦੋ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਇਹ ਦਰਬਾਰ ਸਾਹਿਬ ਜੀ ਦੇ ਉਸ ਵੇਲੇ ਅੰਦਰ ਮੌਜੂਦ ਸਨ। 5 ਤਰੀਕ ਨੂੰ ਅੰਧਾ ਧੁੰਦ ਫਾਇਰਿੰਗ ਗੋਲੇ ਆਦਿਕ ਵੱਜਣ ਕਰਕੇ ਫਿਰ ਪ੍ਰਕਾਸ਼ ਨਹੀਂ ਹੋਇਆ। 5 ਤੇ 6 2 ਦਿਨ ਪ੍ਰਕਾਸ਼ ਅੰਦਰ ਨਹੀਂ ਹੋ ਸਕਿਆ। ਔਰ 6 ਤਰੀਕ ਨੂੰ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੰਘਾਂ ਸਮੇਤ ਬਾਹਰ ਆ ਕੇ ਜੂਝੇ, ਉਹਨਾਂ ਦੀ ਸ਼ਹਾਦਤ ਹੋਈ। ਭਾਵੇਂ ਇਹ ਫਾਇਰਿੰਗ 9 ਤਰੀਕ ਤੱਕ ਵੀ ਚੱਲਦੀ ਰਹੀ, ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਪਰ 6 ਤਰੀਕ ਨੂੰ ਅੰਦਰ ਮਿਲਟਰੀ ਜਿਹੜੀ ਸੀ ਨਾ ਉਹ ਪ੍ਰਵੇਸ਼ ਹੋ ਚੁੱਕੀ ਸੀ ਪੂਰੀ। ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ। ਔਰ ਇਤੋਂ ਜਿੱਥੇ ਬੇਅੰਤ ਸਿੰਘ ਸਿੰਘਣੀਆਂ ਭੁਜੰਗੀ ਬਜ਼ੁਰਗ ਸ਼ਹਾਦਤਾਂ ਪ੍ਰਾਪਤ ਕਰ ਗਏ, ਜੁਝਾਰੂ ਸਿੰਘ ਤਾਂ ਕੇਵਲ ਮੁੱਠੀ ਭਰ ਸਨ, ਜਿਨ੍ਹਾਂ ਨੇ ਚਮਕੌਰ ਦੀ ਗੜੀ ਦਾ ਸਾਕਾ ਇੱਥੇ ਫੇਰ ਦੁਹਰਾਇਆ। ਬਹੁਤੇ ਸ਼ਰਧਾਲੂ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਪਹੁੰਚੀਆਂ ਹੋਈਆਂ ਸਨ। 3 ਜੂਨ ਨੂੰ ਜਿਹੜਾ ਅੱਜ ਦਿਹਾੜਾ ਹੈ, ਇਸ ਦਿਨ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਸੀ। ਸੀਆਰਪੀ ਨੇ ਪਹਿਲਾ 1 ਜੂਨ ਨੂੰ ਗੋਲੀ ਆਰੰਭ ਕੀਤੀ, ਜਿਹੜੀ 12 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਟਾਵੀਂ ਗੋਲੀ ਚੱਲਦੀ ਰਹੀ। ਔਰ 1 ਜੂਨ ਨੂੰ ਭਾਈ ਮਹਿੰਗਾ ਸਿੰਘ ਜੀ ਬੱਬਰ, ਉਹਨਾਂ ਦੀ ਸ਼ਹਾਦਤ ਵੀ ਹੋਈ। ਔਰ ਬਾਅਦ ਵਿੱਚ ਇਹ ਗੋਲੀ ਰੋਕ ਦਿੱਤੀ ਗਈ ਕਿ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ 3 ਜੂਨ ਦਾ ਹੈ। ਨਾਲ ਖੁੱਲ੍ਹ ਵੀ ਦੇ ਦਿੱਤੀ ਕਿ ਕੋਈ ਆ ਵੀ ਸਕਦਾ, ਜਾ ਵੀ ਸਕਦਾ। ਬੇਅੰਤ ਸੰਗਤਾਂ ਜਿਹੜੀਆਂ ਸੀ ਉਹ ਗੁਰਪੁਰਬ ਮਨਾਉਣ ਵਾਸਤੇ ਇਕੱਤਰ ਹੋ ਗਈਆਂ। 3 ਜੂਨ ਨੂੰ ਕਰਫਿਊ ਲਾ ਕੇ ਸੰਗਤ ਜੀ ਫਿਰ ਗੋਲਾਬਾਰੀ ਜਿਹੜੀ ਸੀ ਉਹ ਆਰੰਭ ਕਰ ਦਿੱਤੀ ਗਈ। ਔਰ ਇਸ ਤਰੀਕੇ ਨਾਲ 6 ਜੂਨ ਤੱਕ ਸੰਤਾਂ ਦੀ ਸ਼ਹਾਦਤ ਤੋਂ ਉਪਰੰਤ, ਜੁਝਾਰੂ ਸਿੰਘਾਂ ਦੀ ਸ਼ਹਾਦਤ ਤੋਂ ਉਪਰੰਤ ਇੱਥੇ ਸਾਰਾ ਕਬਜ਼ਾ ਜਿਹੜਾ ਸੀ ਉਹ ਫੌਜ ਦਾ ਹੋ ਚੁੱਕਾ ਸੀਗਾ।
ਔਰ ਇਹ ਪਾਵਨ ਸਰੂਪ ਜੂਨ 1984 ਵਿੱਚ ਸੰਗਤ ਜੀ ਗੋਲੀ ਲੱਗਣ ਕਰਕੇ ਜ਼ਖਮੀ ਹੋ ਚੁੱਕਾ ਸੀ ਔਰ ਉਸ ਦਿਨ ਤੋਂ ਬਾਅਦ ਮੁੜ ਕੇ ਇਸ ਸਰੂਪ ਦੇ ਦਰਸ਼ਨ ਦੀਦਾਰ ਨਹੀਂ ਸਨ ਹੋਏ। 37 ਸਾਲ ਹੋ ਗਏ ਔਰ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ, ਸਰਦਾਰ ਸਰਜੀਤ ਸਿੰਘ ਜੀ ਭਿੱਟੇਵੱਡ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਸਮੁੱਚੀ ਐਗਜ਼ੈਕਟਿਵ ਨੇ ਇਹ ਫੈਸਲਾ ਕੀਤਾ ਕਿ ਸੰਗਤਾਂ ਦੀ ਮੰਗ ਹੈ ਕਿ ਸਾਨੂੰ ਉਸ ਸਰੂਪ ਦੇ ਦਰਸ਼ਨ ਦੀਦਾਰ, ਉਹ ਗੋਲੀ ਦੇ ਦਰਸ਼ਨ ਕਰਾਏ ਜਾਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲੱਗੀ ਹੈ। ਔਰ ਇਹ ਫੈਸਲੇ ਅਨੁਸਾਰ ਅੱਜ ਆਪਾਂ ਇਸ ਸਰੂਪ ਦੇ ਦਰਸ਼ਨ ਦੀਦਾਰ ਕਰਨੇ ਨੇ। ਇਤਿਹਾਸ ਬੜਾ ਗਹਿਰਾ ਤੇ ਲੰਬਾ ਚੌੜਾ ਹੈ ਔਰ ਜੂਨ 1984 ਦਾ ਇਹ ਤੀਜਾ ਘੱਲੂਘਾਰਾ ਜਿਹੜਾ ਸੰਗਤਾਂ ਕਦੇ ਵੀ ਨਹੀਂ ਭੁਲਾ ਸਕਦੀਆਂ। ਹਰੇਕ ਦਿਲ ਦੇ ਉੱਤੇ ਸੰਗਤ ਜੀ, ਬੱਚੇ ਬੱਚੀ ਦੇ ਦਿਲ ਦੇ ਉੱਤੇ ਇਹ ਗਹਿਰੇ ਜ਼ਖਮ ਕਰਦਾ ਹੈ, ਹਰੇਕ ਨੂੰ ਇਹ ਯਾਦ। ਔਰ ਇਹ ਵੀ ਫੈਸਲਾ ਕੀਤਾ ਗਿਆ ਕਿ 37 ਸਾਲ ਹੋਣ ਕਰਕੇ ਔਰ ਜਿਹੜੀ ਗੋਲੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਸੀਨੇ ਵਿੱਚ ਖਾਧੀ ਅਤੇ ਨਾਲ ਇੱਥੇ ਜਾ ਕੇ ਉਹ ਗੋਲੀ ਰੁਕ ਗਈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕਹੋ ਆਪਣਾ ਜੀਓ। ਸੰਗਤ ਜੀ ਉਹ ਗੋਲੀ ਵਾਲੇ ਥਾਂ ਦੇ ਉੱਤੇ ਜਿਹੜੇ ਪੱਤਰੇ ਸੀ ਉਹ ਭੁਰਨੇ ਸ਼ੁਰੂ ਹੋ ਗਏ, ਜਿਸ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਸੁਖ ਆਸਣ ਦੇ ਰੂਪ ਵਿੱਚ ਹੀ ਸੰਗਤਾਂ ਨੂੰ ਕਰਵਾਏ ਜਾਣ। ਨਾਲ ਨਾਲ ਉਹ ਹਾਸ਼ੀਏ ਦੇ ਪੱਤਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜਿਲਦ ਜਿਹਦੇ ਵਿੱਚੋਂ ਗੋਲੀ ਲੰਘ ਕੇ ਸਰੂਪ ਵਿੱਚ ਵੱਜੀ ਹੈ, ਉਹ ਸਾਰੇ ਦਰਸ਼ਨ ਆਪ ਜੀ ਨੂੰ ਕਰਾਏ ਜਾਣਗੇ। ਜਿਵੇਂ ਗਿਆਨੀ ਗੁਰਮੁਖ ਸਿੰਘ ਜੀ ਨੇ ਦਰਸਾਇਆ ਸੀ ਕਿ ਸਾਰੇ ਮੀਡੀਏ ਵਾਲੇ ਵੀਰ ਇੱਕ ਇੱਕ ਦੋ ਜਾਣੇ ਕਰਕੇ ਆ ਜਾਣ ਤੇ ਉਹ ਨਾਲ ਦਰਸ਼ਨ ਕਰਵਾ ਕੇ ਬਾਹਰ ਚਲੇ ਜਾਣ। ਇਸੇ ਤਰ੍ਹਾਂ ਫੋਟੋਗ੍ਰਾਫਰ ਵੀ ਇੱਕ ਦੋ ਜਾਣੇ ਆਣ ਕੇ ਫੋਟੋ ਲੈ ਸਕਦੇ ਨੇ। ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਮੀਡੀਆ ਵਾਲੇ ਵੀਰਾਂ ਤੋਂ ਬਾਅਦ ਆਪ ਜੀ ਨੇ ਸਹਿਜੇ ਇੱਕ ਜਾਣੇ ਨੇ ਅੰਦਰ ਆਣ ਕੇ ਦਰਸ਼ਨ ਦੀਦਾਰ ਕਰਕੇ ਬਾਹਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕਰੀਨਾਂ ਲਾਈਆਂ ਗਈਆਂ ਨੇ ਔਰ ਟੀਵੀ ਦੇ ਰਾਹੀਂ ਉਹਨਾਂ ਸਕਰੀਨਾਂ ਦੇ ਉੱਤੇ ਵੀ ਇਸ ਸਰੂਪ ਦੇ ਦਰਸ਼ਨ ਕਰਵਾਏ ਜਾਣਗੇ। ਸਰੂਪ ਜ਼ਖਮੀ ਹੋਣ ਕਰਕੇ ਸੰਗਤ ਜੀ ਇਹਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤੇ ਆਪਾਂ ਸੁਖਾਸਣ ਦੇ ਰੂਪ ਵਿੱਚ ਹੀ ਇਹਦੇ ਦਰਸ਼ਨ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ ਕਰਨੀ ਜੀ। ਹੁਣ ਆਪ ਜੀ ਦੇ ਸਨਮੁਖ ਬੀਬੀ ਜਗੀਰ ਕੌਰ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਬਚਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। महान पवित्र स्थान ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਜੁੜ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਪਿਆਰੇ ਖਾਲਸਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦਾ ਦਰਦਨਾਕ ਸਾਕਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਵਰਤਾਰਾ ਵਰਤਿਆ, ਜੋ ਘਟਨਾ ਘਟੀ, ਜੋ ਗਹਿਰਾ ਦਰਦ ਤੁਹਾਡੇ ਹਿਰਦੇ ਵਿੱਚ ਹੋਇਆ, ਉਹਦੇ ਸੰਬੰਧ ਵਿੱਚ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ
ਹੈਡ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਮਾਨਯੋਗ ਗਿਆਨੀ ਗੁਰਮੁਖ ਸਿੰਘ ਜੀ ਆਪ ਜੀ ਨਾਲ ਸਾਰਾ ਬਿਰਤਾਂਤ ਜੋ ਇੱਥੇ ਵਰਤਿਆ ਉਹਦੇ ਸੰਬੰਧ ਵਿੱਚ ਸਾਂਝ ਪਾ ਰਹੇ ਸਨ। ਔਰ ਜਿਉਂ-ਜਿਉਂ ਦੱਸ ਰਹੇ ਸਨ ਅੱਖਾਂ ਸਾਹਮਣੇ ਉਹੀ ਸੀਨ, ਉਹੀ ਦ੍ਰਿਸ਼, ਉਹੀ ਦਰਦ ਜਿਹੜੀ, ਉਹੀ ਪੀੜਾ ਜਿਹੜੀ ਸੀ ਉਹ ਲੰਘ ਰਹੀ ਸੀ। ਕਿਉਂਕਿ ਆਪਾਂ ਸਾਰੇ 37 ਸਾਲ ਤੋਂ ਉਹ ਦਰਦ ਆਪਣੇ ਹਿਰਦਿਆਂ 'ਚ ਲੈ ਕੇ ਬੈਠੇ ਹੋਏ ਹਾਂ। ਮਾਨਯੋਗ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਭਾਰਤ ਸਰਕਾਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਜੋ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਭਾਰਤੀ ਫੌਜਾਂ ਨੂੰ ਭੇਜ ਕੇ ਜੋ ਇਹ ਵੱਡਾ ਘੱਲੂਘਾਰਾ ਕਰਾਇਆ, ਕਿਵੇਂ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੂੰਬਾ ਕੀਤਾ। 3 ਜੂਨ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਸਨ। ਬੱਚੇ, ਬੁੱਢੇ, ਨੌਜਵਾਨ, ਧੀਆਂ, ਭੈਣਾਂ, ਸਾਰੇ ਸ਼ਰਧਾਲੂ ਇੱਥੇ ਉਮੜ ਕੇ ਆਏ ਸਨ। ਲੇਕਿਨ ਇਸ ਘੱਲੂਘਾਰੇ ਦੇ ਦੌਰਾਨ ਅਨੇਕਾਂ ਸ਼ਹੀਦੀਆਂ ਹੋ ਗਈਆਂ। ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਸਾਰੇ ਜੁਝਾਰੂ ਸਿੰਘ ਇੱਥੇ ਸ਼ਹੀਦ ਹੋ ਗਏ। ਔਰ ਉਹ ਸਾਰਾ ਸਾਕਾ ਤੁਸੀਂ ਰੋਜ਼ ਸੁਣਦੇ ਵੀ ਹੋ ਤੇ ਰੋਜ਼ ਉਹਨੂੰ ਯਾਦ ਵੀ ਕਰਕੇ ਅੱਖਾਂ 'ਚੋਂ ਹੰਝੂ ਵੀ ਵਹਾਉਂਦੇ ਹੋ, ਮਨ ਰੋਂਦੇ ਹੈ, ਆਤਮਾ ਰੋਂਦੀ ਹੈ ਕਿ ਅਸੀਂ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਜ਼ਕਰੀਆ ਖਾਨ ਦੀਆਂ ਜਦੋਂ ਗੱਲਾਂ ਕਰਦੇ ਹਾਂ ਉਦੋਂ ਸ਼ਾਇਦ ਸਾਨੂੰ ਇੰਨਾ ਦੁੱਖ ਨਾ ਹੁੰਦਾ ਹੋਵੇ ਜਦੋਂ ਸਾਡੇ ਆਪਣਿਆਂ ਦੀ ਸਰਕਾਰਾਂ ਨੇ ਸਾਡੇ ਉੱਤੇ ਐਡਾ ਵੱਡਾ ਜ਼ੁਲਮ ਕੀਤਾ ਹੋਵੇ ਕਿ ਸਾਡੇ ਪਵਿੱਤਰ ਗ੍ਰੰਥ ਦੇ ਹਿੱਕ ਦੇ ਵਿੱਚ ਜਾ ਕੇ ਗੋਲੀ ਕੱਲੀ ਸ਼ੋਈ ਨਹੀਂ ਅੰਦਰ ਜਾ ਕੇ ਤੱਸ ਗਈ। ਮੈਂ ਸਮਝਦੀ ਹਾਂ ਕਿ ਇਹ ਪੀੜਾ ਸਾਰਿਆਂ ਦੇ ਦਿਲ 'ਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ। ਬੜੇ ਟੈਲੀਫੋਨ ਆ ਰਹੇ ਸਨ ਸੰਗਤਾਂ ਦੇ ਬੜੇ ਚਿਰਾਂ ਤੋਂ, ਕਈ ਸਾਲਾਂ ਤੋਂ ਹੀ, ਕਿ ਸਿੱਖ ਭੁੱਲ ਜਾਣਗੇ ਕਿ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ। ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵੱਜੀ ਸੀ, ਉਹ ਪੱਤਰੇ ਜਿਹੜੇ ਉਸ ਵੇਲੇ ਗੋਲੀਆਂ ਨਾਲ ਜ਼ਖਮੀ ਹੋਏ, ਉਹ ਵੀ ਪੱਤਰੇ ਬਿਰਾਜਮਾਨ ਹੈ। ਉਹ ਵੀ ਬਾਅਦ ਵਿੱਚ ਅਸੀਂ ਦਰਸ਼ਨ ਕਰਾਵਾਂਗੇ। ਕਿਉਂਕਿ ਅੱਜ ਦੇ ਬੱਚੇ ਪੁੱਛਦੇ ਆ, ਜਦੋਂ ਕਹਿੰਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਬਿੰਨ ਦਿੱਤਾ, ਉਹ ਦੇਖਣ ਆਉਂਦੇ ਆ ਤੇ ਕਹਿੰਦੇ ਕਿੱਥੇ ਆ ਉਹ ਗੋਲੀਆਂ ਦੇ ਨਿਸ਼ਾਨ। ਸਾਹਮਣੇ ਜਦੋਂ ਤੁਸੀਂ ਤੇ ਸੱਜੇ ਪਾਸੇ ਵੱਲ ਵੇਖਦੇ ਹੋ ਡਿਓੜੀ, ਇਹਨੂੰ ਸ਼ਾਇਦ ਕਈ ਸਹਿਬਣੀ ਦੇਖ ਕੇ ਲੰਘ ਜਾਂਦੇ ਆ, ਪਰ ਇਹ ਗਿਆਨ ਨਹੀਂ ਕਿ ਉਸ ਵੇਲੇ ਦੀ ਜ਼ਖਮੀ ਹੋਈ ਇਹ ਵੀ ਦਰਸ਼ਨੀ ਡਿਓੜੀ ਹੈ, ਜਿਹਨੂੰ ਅਸੀਂ ਖਜ਼ਾਨਾ ਡਿਓੜੀ ਕਹਿੰਦੇ ਆ। ਇਹਦੇ ਉੱਤੇ ਪਾਲਕੀ ਵੀ ਹੈ। ਇਹ ਜੇ ਸਾਡੇ ਕੋਲ ਬਿਰਾਜਮਾਨ ਸਾਧ ਸੰਗਤ ਜੀ, ਇਹ ਸਾਰੀਆਂ ਉਸ ਵੇਲੇ ਦੀਆਂ ਨਿਸ਼ਾਨੀਆਂ ਜਿਹੜੀਆਂ ਸਨ, ਉਹਨਾਂ ਨੂੰ ਸਾਂਭਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਿਆ। ਮੈਂ ਪਹਿਲਾਂ ਵੀ ਸਾਰੀ ਕੌਮ ਕੋਲੋਂ ਮਾਫੀ ਵੀ ਮੰਗੀ ਹੈ ਕਿ ਤੁਹਾਡਾ ਲੰਬਾ ਸਮੇਂ ਦਾ ਦਰਦ, ਤੁਹਾਡੀ ਪੀੜਾ ਜਿਹੜੀ ਹੈ, ਸ਼ਾਇਦ ਤੁਹਾਨੂੰ ਅਸੀਂ ਸੰਤੁਸ਼ਟੀ ਨਹੀਂ ਦਵਾ ਸਕੇ। ਤੁਸੀਂ ਬਹੁਤ ਚਿਰ ਤੋਂ ਕਹਿੰਦੇ ਆਏ ਕਿ ਦਰਸ਼ਨ ਕਰਾਓ, ਦਰਸ਼ਨ ਕਰਾਓ। ਪੰਥਕ ਵਿਚਾਰਾਂ ਕਰਦਿਆਂ ਕਰਦਿਆਂ ਕਈ ਵਾਰੀ ਦੇਰੀਆਂ ਵੀ ਹੋ ਗਈਆਂ, ਲੇਕਿਨ ਸਿੰਘ ਸਾਹਿਬਾਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਸਾਰਿਆਂ ਨਾਲ ਹੁੰਗਾਰਾ ਭਰਿਆ ਤੇ ਸਾਨੂੰ ਇਹ ਤਾਕਤ ਦਿੱਤੀ ਕਿ ਅਸੀਂ ਇਹ ਫੈਸਲਾ ਕਰ ਸਕੀਏ। ਸਿੱਖ ਸੰਗਤ ਦੀ ਜੋ ਹੁਕਮ ਸੀ, ਜੋ ਮੰਗ ਸੀ, ਉਹ ਪ੍ਰਵਾਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਜਨਰਲ ਹਾਊਸ ਦੇ ਵੀ ਬਹੁਤ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਇਹ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਕਿਹਾ ਕਿ ਪ੍ਰਕਾਸ਼ ਨਹੀਂ ਕਰ ਸਕਾਂਗੇ ਕਿਉਂਕਿ ਜਿੱਥੋਂ ਜਿੱਥੋਂ ਗੋਲੀ ਲੰਗੀ ਹੈ ਉਹ ਗੁਰੂ ਸਾਹਿਬ ਜੀ ਦੇ ਅੰਕਾਂ ਦੇ ਵਿੱਚੋਂ ਸਾਡੇ ਜਿਹੜੇ ਗੁਰਬਾਣੀ ਦੇ ਅਕਸ਼ਰ ਹਨ ਉਹ ਥੋੜੇ ਪੀੜਤ ਹੋ ਗਏ, ਭੁਰਨੇ ਸ਼ੁਰੂ ਹੋ ਗਏ। ਜਦੋਂ ਅਸੀਂ ਖੋਲਾਂਗੇ ਨੁਕਸਾਨ ਹੋਏਗਾ। ਸੋ ਇਹੀ ਫੈਸਲਾ ਕੀਤਾ ਕਿ ਬਿਰਾਜਮਾਨ ਕਰਕੇ ਸੁਖਾਸਨ ਦੀ ਸ਼ਕਲ ਵਿੱਚ ਸਿਰਫ ਪਹਿਲੇ ਜਿਹੜੀ ਉੱਪਰਲੀ ਜਿਲਦ ਹੈ ਉਹ ਤੋਂ ਲੈ ਕੇ ਜਿੱਥੇ ਤੱਕ ਗੁਰਬਾਣੀ ਸ਼ੁਰੂ ਨਹੀਂ ਹੁੰਦੀ
ਉੱਥੇ ਤੱਕ ਅਸੀਂ ਇਹ ਦਰਸ਼ਨ ਕਰਾ ਕੇ ਵੀਡੀਓ ਬਣਾ ਲਿਓ। ਸਾਰੇ ਮੇਰੇ ਮੀਡੀਆ ਵਾਲੇ ਭਰਾ ਦਰਸ਼ਨ ਕਰ ਲਿਓ। ਉਸ ਤੋਂ ਬਾਅਦ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਗੁਰਬਾਣੀ ਦੇ ਅੰਕਾਂ ਦੇ ਵਿੱਚ ਕੋਈ ਨੁਕਸਾਨ ਹੋ, ਸੋ ਇਸ ਕਰਕੇ ਮਾਫੀ ਦਿਓ ਕਿ ਪ੍ਰਕਾਸ਼ ਪਹਿਲਾਂ ਸਾਰਿਆਂ ਦੀ ਸੀ ਕਿ ਗਿਆਨੀ ਜਗਤਾਰ ਸਿੰਘ ਜੀ ਵੀ ਪ੍ਰਕਾਸ਼ ਕਰੀਏ, ਹੁਕਮਨਾਮਾ ਲਈਏ, ਲੇਕਿਨ ਜਦੋਂ ਮਹਿਸੂਸ ਕੀਤਾ ਕਿ ਕੋਈ ਬਾਹਰ ਸਾਡੇ ਦਾਣੇ ਜਿਹੜੇ ਬਾਣੀ ਦੇ ਉਹ ਨਿਕਲ ਨਾ ਜਾਣ, ਇਸ ਕਰਕੇ ਫੈਸਲਾ ਕੀਤਾ ਗਿਆ ਕਿ ਇਹ ਦਰਸ਼ਨ ਇਸੇ ਤਰ੍ਹਾਂ ਕਰਾਈ ਜਾਣ ਤਾਂ ਜੋ ਸਾਨੂੰ ਇਹ ਵੀ ਪੀੜਾ ਨਾ ਹੋਵੇ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਸਾਰਾ ਨੁਕਸਾਨ ਹੋਇਆ। ਸੋ ਸਾਰਿਆਂ ਦੇ ਫੈਸਲੇ ਦੇ ਅਨੁਸਾਰ ਜਿਸ ਤਰ੍ਹਾਂ ਮਾਨਯੋਗ ਸਿੰਘ ਸਾਹਿਬ ਜੀ ਨੇ ਕਿਹਾ ਇਦਾਂ ਹੀ ਦਰਸ਼ਨ ਕਰਵਾਉਣਗੇ। ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਕੋਈ ਹੋਰ ਸਮਾਗਮ ਨਹੀਂ, ਇਹ ਬਹੁਤ ਪੀੜਤ ਘੜੀ ਹੈ। ਤੇ ਸੱਚ ਜਾਣੋ ਨਾ, ਕਿਉਂਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਹੁਣ ਅਸੀਂ ਇਹ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਜੀ ਨੇ ਪ੍ਰਗਟ ਗੁਰਾਂ ਕੀ ਦੇਹ ਜੇ ਕੀਤਾ ਤੇ ਗੁਰੂ ਦੀ ਦੇਹ ਵਿੱਚ ਗੋਲੀ ਲੱਗੀ। ਤੇ ਜਦੋਂ ਦੇਹ ਵਿੱਚ ਗੋਲੀ ਲੱਗਦੀ ਹੈ, ਸਾਡੇ ਕੋਈ ਲਾਗੇ ਰਿਸ਼ਤੇਦਾਰ ਹੋਵੇ, ਕੋਈ ਸਾਖ ਸੰਬੰਧੀ ਹੋਵੇ, ਕੋਈ ਭੈਣ ਭਰਾ ਹੋਵੇ, ਤੇ ਜਿਹਦੀ ਦੇਹ ਦੇ ਵਿੱਚ ਜੋ ਗੋਲੀ ਲੱਗਦੀ ਹੈ ਨਾ, ਤੇ ਸਾਡਾ ਹਾਲ ਕੀ ਹੁੰਦਾ ਹੈ, ਬਸ ਉਹ ਅੱਜ ਜਾਣ ਕੇ ਦੇਖਣਾ ਕਿ ਸਾਡੇ ਗੁਰੂ ਸਾਹਿਬ ਜੀ ਦੇ ਇਹ ਸਰੀਰ ਵਿੱਚ, ਇਹ ਦੇਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚੀਰਦਿਆਂ ਹੋਇਆਂ ਜਦੋਂ ਇਹ ਲੰਗੀ ਹੋਏਗੀ ਤੇ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ 6ਵੀਂ ਪੌੜੀ ਦੇ ਵਿੱਚ ਜਾ ਕੇ ਫਿਰ ਅੜ ਗਈ, ਉੱਥੇ ਰੁਕ ਗਈ। ਤੇ ਇਸ ਕਰਕੇ ਸਾਧ ਸੰਗਤ ਜੀ ਉਸ ਧਿਆਨ ਵਿੱਚ ਰੱਖਦਿਆਂ ਹੋਇਆਂ ਕਿ ਤੁਸੀਂ ਗੁਰੂ ਨੂੰ ਅਦਬ ਦੇ ਨਾਲ ਦਰਸ਼ਨ ਕਰਨ ਵਾਸਤੇ ਆਏ, ਪੂਰੇ ਅਦਬ ਦੇ ਨਾਲ ਲਾਈਨ ਬਣਾ ਕੇ ਤੁਸੀਂ ਆਉਣਾ ਹੈ, ਧੱਕਾ ਨਹੀਂ ਕਰਨਾ, ਕੋਈ ਜ਼ੋਰ ਨਾਲ ਇੱਧਰ ਉੱਧਰ ਨਹੀਂ ਲੰਘਣਾ। ਮੀਡੀਆ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਸਹਿਜ ਵਿੱਚ, ਕਿਉਂਕਿ ਤੁਹਾਡੇ ਵੀ ਦਿਲ ਅੱਜ ਉਤਾਵਲੇ ਵੀ ਹੈ ਤੇ ਦੁਖੀ ਵੀ। ਕੱਲ ਜਦੋਂ ਅਸੀਂ ਦਰਸ਼ਨ ਕੀਤੇ ਸੀ ਪਹਿਲੇ ਦਿਨ ਵੀ ਆ ਕੇ, ਸੱਚ ਜਾਣਿਓ ਸੱਚੀ ਮੁੱਚੀ ਉਸ ਵੇਲੇ ਸਾਰੀ ਪੀੜਤ ਸਨ, ਤੇ ਕੱਲ ਵੀ ਜਦੋਂ ਫੈਸਲਾ ਕੀਤਾ ਬੜੇ ਦੁਖੀ ਹਿਰਦੇ ਨਾਲ ਫੈਸਲਾ ਕੀਤਾ। ਹਰ ਮੈਂਬਰ ਬਹੁਤ ਵਿਰਾਗ ਵਿੱਚ ਆ ਗਿਆ। ਸੋ ਮੇਰੀ ਬੇਨਤੀ ਹੱਥ ਜੋੜ ਕੇ ਮੀਡੀਆ ਵਾਲਿਆਂ ਨੂੰ, 2 ਅੰਦਰ ਕੈਮਰੇ ਪੱਕੇ ਰਹਿਣਗੇ, ਤੁਸੀਂ ਬਾਹਰੋਂ ਦਰਸ਼ਨ ਕਰਦੇ ਰਹਿਣਾ। ਲੇਕਿਨ ਮੀਡੀਆ ਚਾਹੁੰਦਾ ਸੀ ਵੀ ਅਸੀਂ ਸਾਰੇ ਆਪਣੇ ਕੈਮਰੇ 'ਚ ਥੋੜਾ ਬੰਦ ਕਰ ਲਈਏ। ਉਹਨਾਂ ਨੂੰ ਬੇਨਤੀ ਹੈ ਕਿ ਆਰਾਮ ਦੇ ਨਾਲ ਇੱਕ 2 ਜਣਾ ਅੰਦਰ ਆ ਕੇ ਬਹੁਤਾ ਧੱਕਾ ਨਹੀਂ ਕਰਨਾ, ਵਾਰੀ ਨਾ ਜਾਣਾ। ਗੁਰੂ ਸਾਹਿਬ ਵਿਰਾਜਮਾਨ ਰਹਿਣਗੇ। ਇਸੇ ਤਰ੍ਹਾਂ ਜਦੋਂ ਸੰਗਤ ਕਹੇਗੀ ਅਸੀਂ ਉਸ ਵੇਲੇ ਭਾਵੇਂ 3 ਘੰਟੇ 4 ਘੰਟੇ 5 ਘੰਟੇ ਤੱਕ ਉਸ ਵੇਲੇ ਅਸੀਂ ਤੋਂ ਸੁੱਖ ਹਾਸਲ ਕਰ ਉੱਥੇ ਲੈ ਕੇ ਜਾਵਾਂਗੇ ਉਹਨਾਂ ਦੇ ਨਿਜ ਸਥਾਨ ਦੇ ਉੱਤੇ। ਸੋ ਸਾਧ ਸੰਗਤ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਸਾਰੀ ਸੰਗਤ ਸਹਿਯੋਗ ਦਿਓ। ਇਸੇ ਤਰ੍ਹਾਂ ਕੱਲ 4 ਤਰੀਕ ਨੂੰ, ਇਸੇ ਤਰ੍ਹਾਂ 5 ਤਰੀਕ ਨੂੰ 6 ਦੇ ਸਮਾਗਮ ਹਨ। ਸਮਾਗਮਾਂ ਤੋਂ ਬਾਅਦ ਫਿਰ ਜੋ ਪ੍ਰੋਗਰਾਮ ਬਣੇਗਾ ਸਿੰਘ ਸਾਹਿਬਾਂ ਨਾਲ ਸਲਾਹ ਕਰਕੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਬਹੁਤ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ, ਤੁਸੀਂ ਦਰਸ਼ਨ ਕਰਨ ਵਾਸਤੇ ਆਏ ਹੋ। ਸਤਿਕਾਰ ਨਾਲ ਦਰਸ਼ਨ ਕਰੋ ਉਸ ਮਹਾਨ ਗੁਰੂ ਦੇ, ਜਿਸ ਗੁਰੂ ਦੇ ਹਿੱਕ ਦੇ ਵਿੱਚ ਜਾ ਕੇ ਗੋਲੀ ਸਮਾਈ। ਔਰ ਤੁਸੀਂ ਸਾਰੇ ਉਸ ਸਮੇਂ ਨੂੰ ਯਾਦ ਕਰਨ ਵਾਸਤੇ ਆਏ ਹੋ, ਜ਼ਾਲਮ ਸਰਕਾਰ ਦੀ ਘਟਨਾ, ਕਾਂਗਰਸ ਸਰਕਾਰ ਨੇ ਜੋ ਜ਼ੁਲਮ ਕੀਤੇ। ਮੈਂ ਤਾਂ ਕੱਲ ਇਹ ਗੱਲ ਕਹੀ ਸੀ ਕਿ ਜਿਹੜੀ ਹਿਟਲਰ ਦੀ ਜ਼ੁਲਮ ਸੀ ਨਾ, ਉਹ ਅੱਜ ਤੱਕ ਲੋਕ ਨਹੀਂ ਭੁੱਲੇ। ਅਸੀਂ ਲੋਕ ਇੰਨੇ ਅਨਾੜੀ ਹਾਂ ਕਿ ਸਾਨੂੰ ਜਦੋਂ ਅੱਜ ਦੁੱਖ ਕੋਈ ਦਿੰਦਾ ਤੇ ਦੂਜੇ ਦਿਨ ਅਸੀਂ ਫਿਰ ਤਾਕਤ ਦਿੰਦੇ ਹਾਂ ਕਿ ਜਾਓ ਫਿਰ ਸਾਡੇ ਜ਼ੁਲਮ ਕਰੋ। ਸੋ ਧਿਆਨ ਰੱਖਿਆ ਕਰੋ ਕਿ ਉਹ ਸਾਰੇ ਸਮੇਂ ਨੂੰ ਆਪਾਂ ਨਾ ਭੁੱਲੀਏ। ਇਹ ਇਤਿਹਾਸ ਤੇ ਕਾਲੇ ਇਤਿਹਾਸ ਨੂੰ ਸਿੱਖਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਹੁਣ ਸਭ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਜੀ ਉਹ ਗੋਲੀ ਦੇ ਦਰਸ਼ਨ ਕਰਾਉਣਗੇ। ਜਿਹੜੀ ਗੋਲੀ ਦੱਖਣੀ ਦਰਵਾਜ਼ੇ ਤੋਂ ਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਪ੍ਰਵੇਸ਼ ਹੋਈ। ਆਓ ਪਿਆਰ ਸਹਿਤ ਉਹ ਗੋਲੀ ਦੇ ਆਪਾਂ ਪਿਆਰ ਸਹਿਤ ਦਰਸ਼ਨ ਦੀਦਾਰ ਕਰੀਏ ਤੇ ਉਪਰੰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਾਂਗੇ। ਪਹਿਲਾਂ ਉਹ ਗੋਲੀ ਜੋ ਜੂਨ 1984 ਵਿੱਚ
ਦੱਖਣੀ ਦਰਵਾਜ਼ੇ ਤੋਂ ਲੰਘ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਲੰਘੀ। ਆਓ ਉਹਦੇ ਦਰਸ਼ਨ ਕਰੀਏ। ਬੋਲੇ ਸੋਹਣਿਆ ਉਤਰਾ ਪੜ੍ਹ ਕੇ ਕਰਾ ਦਿਓ। ਸੰਗਤ ਜੀ ਇਹ ਉਹ ਗੋਲੀ ਹੈ ਜਿਹੜੀ ਜੂਨ 1984 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਨੇ ਵਿੱਚ ਖਾਧੀ ਸੀ। ਹਿੰਦੁਸਤਾਨ ਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ 37 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤਾਂ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਨ। ਬਾਕੀ ਗੁਰਦੁਆਰਿਆਂ ਦੇ ਵਿੱਚ ਤਾਂ ਕੋਈ ਐਸਾ ਜੁਝਾਰੂ ਸਿੰਘ ਵੀ ਨਹੀਂ ਸੀ ਜਿਨ੍ਹਾਂ ਗੁਰਦੁਆਰਿਆਂ ਦੇ ਉੱਤੇ ਕਾਂਗਰਸ ਦੀ ਸਰਕਾਰ ਨੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।